ਵਾਹਿਗੁਰੂ ਸਾਹਿਬ ਜੀ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੂ ਦਵਾਰ। ਬਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ। ਗੋਵਿੰਦ ਦਾਸ ਤੁਹਾਰ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿੰਨਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਾਨੂੰ ਸਾਧ ਸੰਗਤ ਦੀ ਇਹ ਅਮੋਲਕ ਘੜੀ, ਸੁਨਹਿਰੀ ਪਲ ਜਿਹੜੇ ਨੇ ਗੁਰੂ ਸਾਹਿਬ ਜੀ ਨੇ ਬਖਸ਼ੇ ਨੇ। ਸੋ ਆਓ ਆਪਾਂ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ। ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ ਸੂਹੀ ਰਾਗ ਦੇ ਵਿੱਚ 728 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ, ਅੰਕਿਤ ਹੈ। ਗੁਰੂ ਸਾਹਿਬ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਜੀਆਂ ਨੂੰ, ਸਾਡੇ ਮਨ ਨੂੰ ਸਮਝਾਉਂਦੇ ਹੋਏ ਦੱਸਦੇ ਨੇ, ਫਰਮਾਉਂਦੇ ਨੇ ਕਿ ਕਿਸੇ ਵੀ ਭਾਂਡੇ ਦੇ ਵਿੱਚ ਜਾਗ ਲਾਉਣ ਤੋਂ ਪਹਿਲਾਂ ਉਹ ਭਾਂਡੇ ਦਾ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕਿਸੇ ਵੀ ਬਰਤਨ ਦੇ ਵਿੱਚ ਜੇ ਗੰਦਗੀ ਹੋਵੇਗੀ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੁੱਧ ਨੂੰ ਜਮਾਇਆ ਜਾ ਸਕਦਾ ਹੈ, ਕਿਸ ਤਰ੍ਹਾਂ ਉਹਦੇ ਵਿੱਚ ਦੁੱਧ ਜੰਮੇਗਾ ਜੇਕਰ ਭਾਂਡਾ ਹੀ ਮਲੀਨ ਹੋਵੇਗਾ। ਇੱਦਾਂ ਹੀ ਜੇਕਰ ਬੰਦੇ ਦਾ ਹਿਰਦਾ ਜੋ ਆ ਪਾਪਾਂ ਦੇ ਨਾਲ ਭਰਿਆ ਹੋਵੇਗਾ, ਉਹਦੇ ਵਿੱਚ ਪਰਮਾਤਮਾ ਦੀ ਬੰਦਗੀ ਦਾ ਜਾਗ ਕਿੱਦਾਂ ਲੱਗ ਸਕਦਾ ਹੈ। ਤਾਂ ਬੰਦਗੀ ਤੋਂ ਪਹਿਲਾਂ, ਜਪ ਤੋਂ ਪਹਿਲਾਂ, ਇਬਾਦਤ ਕਰਨ ਤੋਂ ਪਹਿਲਾਂ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਸਾਫ਼ ਕਰਨਾ, ਜਾਂ ਸਾਫ਼ ਹੋਣ ਤੋਂ ਬਾਅਦ ਹੀ ਸਤ ਚਿੱਤ ਆਨੰਦ ਦੀ ਪ੍ਰਾਪਤੀ ਹੋਣੀ। ਇਹਦੇ ਤੋਂ ਬਿਨਾਂ ਅਸੰਭਵ ਜਾਪਦੀ ਆ, ਇੰਪੋਸੀਬਲ ਆ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ, ਇੱਕ ਓੰਕਾਰ, ਪਰਮਾਤਮਾ ਇੱਕ ਹੈ। ਓੰਕਾਰ ਉਹਦੀ ਧੁਨੀ ਆ, ਸਤਨਾਮ ਉਹ ਆਪ ਸੱਚਾ ਹੈ ਤੇ ਉਹਦਾ ਨਾਮ ਵੀ ਸੱਚਾ ਹੀ ਆ। ਕਰਤਾ ਪੁਰਖ ਉਹ ਪੂਰੀ ਪੂਰੀ ਵਸੰਤਾ ਹੈ। ਕਰਤਾ ਧਰਤਾ ਸ੍ਰਿਸ਼ਟੀ ਦਾ ਉਹੀ ਹੈ। ਨਿਰਭਉ ਕਿਸੇ ਤੋਂ ਡਰਦਾ ਨਹੀਂ, ਕਿਸੇ ਨੂੰ ਡਰਾਉਂਦਾ ਨਹੀਂ। ਨਿਰਵੈਰ ਉਹਦਾ ਕਿਸੇ ਨਾਲ ਵੀ ਕੋਈ ਵੈਰ ਨਹੀਂ ਆ। ਅਕਾਲ ਮੌਤ ਤੋਂ ਪਰੇ ਆ, ਸਗੋਂ ਉਹ ਮੌਤ ਨੂੰ ਬਣਾਉਣ ਵਾਲਾ ਹੈ। ਮੂਰਤ ਉਹਦੀ ਹਸਤੀ ਹੈ, ਉਹਦੀ ਹੋਂਦ ਹੈ। ਆਜੂਨੀ ਜੂਨਾਂ ਤੋਂ ਪਰੇ ਆ, ਜੂਨਾਂ 'ਚ ਨਹੀਂ ਆਉਂਦਾ। ਸਹਿ ਭੰਗ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ। ਕਿਸੇ ਨੇ ਉਹਨੂੰ ਜਨਮ ਨਹੀਂ ਦਿੱਤਾ। ਉਹ ਸ਼ੰਭੂ ਹੈ,
ਗੁਰ ਪ੍ਰਸਾਦ। ਗੁਰੂ ਦੀ ਮਿਹਰ ਦੁਆਰਾ ਹੀ ਉਹਨੂੰ ਪਾਇਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਦੁਆਰਾ ਹੀ ਉਹਦੇ ਜੈਸਾ ਸੁਭਾਅ ਬਣਦਾ ਹੈ। ਰਾਗ ਸੂਹੀ ਮਹੱਲਾ ਪਹਿਲਾ, ਚੌਪ ਦੇ ਕਰ ਪਹਿਲਾ। ਸੂਹੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ 4 ਪਦਿਆਂ ਵਾਲਾ ਸ਼ਬਦ ਚੌਪ ਦੇ ਤੋਂ ਭਾਵ 4 ਪਦਿਆਂ ਵਾਲਾ ਸ਼ਬਦ ਗਾਇਨ ਕੀਤਾ ਹੈ। ਘਰ ਪਹਿਲਾ। ਗਾਉਣ ਵਾਲੇ ਰਾਗੀਆਂ ਨੂੰ, ਰਬਾਬੀਆਂ ਨੂੰ ਕਹਿ ਰਹੇ ਨੇ ਮਹਾਰਾਜ, ਇਹਨੂੰ ਪਹਿਲੇ ਘਰ ਦੇ ਵਿੱਚ ਸੁਰ ਤੇ ਤਾਲ ਮਿਲਾ ਕੇ ਗਾਉਣਾ ਹੈ। ਪਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁਧੈ ਕੋ ਜਾਵੋ। ਭਾਂਡੇ ਨੂੰ ਸਭ ਤੋਂ ਪਹਿਲਾਂ ਧੋ ਕੇ ਉਹਦੇ ਵਿੱਚ ਧੂਪ ਦੇ ਕੇ, ਸੁਗੰਧੀ ਦੇ ਕੇ, ਤੋ ਦੁਧੈ ਕੋ ਜਾਵੋ, ਫਿਰ ਉਹਦੇ ਵਿੱਚ ਦੁੱਧ ਪਾਈਦਾ ਹੈ। ਨਹੀਂ ਗੰਦਗੀ ਵਾਲੇ ਬਰਤਨ ਵਿੱਚ ਜੇ ਆਪਾਂ ਦੁੱਧ ਪਾਈਏ ਤੇ ਉਹ ਖਰਾਬ ਕਰ ਦਿੰਦਾ ਹੈ ਦੁੱਧ ਨੂੰ। ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਰਾਸ ਜਮਾਵੋ। ਇਸ ਤਰ੍ਹਾਂ ਫਿਰ ਦੁੱਧ ਨੂੰ ਜਾਗ ਲਾ ਕੇ ਰਾਤ ਨੂੰ ਉਹਨੂੰ ਰੱਖ ਦੇਣਾ ਹੈ ਤੇ ਜਦੋਂ ਆਪਾਂ ਸਵੇਰੇ ਵੇਖਦੇ ਹਾਂ ਤੇ ਉਹ ਜੰਮਿਆ ਹੁੰਦਾ ਹੈ। ਇੱਦਾਂ ਹੀ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਵਾਹਿਗੁਰੂ ਦਾ ਜਾਗ ਲਾ ਕੇ ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ ਉਹਦੇ ਖਿਆਲਾਂ ਵਿੱਚ ਲੰਘਾਉਣਾ ਤੇ ਆਪਣੇ ਆਪ ਤੋਂ, ਇਹ ਜ਼ਿੰਦਗੀ ਤੋਂ ਭਾਵ ਕਿ ਚੜ੍ਹਦੀ ਕਲਾ ਵਿੱਚ ਇਹਨੂੰ ਲੈ ਕੇ ਜਾਣਾ ਸੁਰਤ ਨੂੰ। ਇਵੇਂ ਉਹ ਜਿਹੜਾ ਦੁੱਧ ਹੈ ਤੇ ਉਹਦਾ ਦਹੀਂ ਬਣਦਾ ਹੈ, ਜਾਗ ਦੇ ਨਾਲ ਇਹ ਜੰਮ ਜਾਂਦਾ ਹੈ। ਹੋਏ ਨਿਰਾਸ ਜਮਾਵੋ, ਵਿਰਾਗ ਦੀ ਅਵਸਥਾ ਵਿੱਚ ਆ ਕੇ ਇਹ ਜੰਮਦਾ ਹੈ। ਭਾਵੇਂ ਦੁੱਧ ਜਿਹੜਾ ਹੈ ਲਾਲ ਹੋ ਜਾਵੇ ਕੜ ਕੜ ਕੇ, ਪਰ ਜੇ ਜਾਗ ਨਹੀਂ ਤਾਂ ਜੰਮੇਗਾ ਨਹੀਂ। ਇਨਸਾਨ ਜਿੰਨਾ ਮਰਜ਼ੀ ਕਹਿ ਲਵੇ, ਜੇ ਗੁਰੂ ਨਹੀਂ ਤਾਂ ਉਹ ਜਪੀ ਹੋਈ ਬਾਣੀ ਰਸ ਨਹੀਂ ਬਣੇਗੀ। ਜਪੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ। ਮਨ ਦੇ ਨਾਲ ਕੁਝ ਹੋਰ ਇੱਧਰੋਂ ਉੱਧਰੋਂ ਗੱਲਾਂ ਸੋਚਣੀਆਂ, ਫੁਰਨੇ ਆਉਣੇ, ਇਹ ਨੇਫਲ ਨੇ, ਨਿਰਾਫਲ ਨੇ। ਇੱਕੋ ਇੱਕ ਮਨ ਦੀ ਸੁਰਤ ਦੇ ਨਾਲ ਉਹਨੂੰ ਮਾਲਕ ਨੂੰ ਯਾਦ ਰੱਖਣਾ, ਇਹੀ ਇੱਕ ਸਭ ਤੋਂ ਸਰਵ ਸ੍ਰੇਸ਼ਟ ਮਨ ਦਾ ਕੰਮ ਹੈ। ਕੋਈ ਵੀ ਬੁਰਾ ਖਿਆਲ ਆਉਂਦਾ ਹੈ, ਜਦੋਂ ਕੋਈ ਵੀ ਮਾੜੀ ਬਿਰਤੀ ਜਦੋਂ ਅੰਦਰ ਆਪਣੇ ਹੁੰਦੀ ਆ, ਉਹ ਹਰ ਇੱਕ ਭੈੜਾ ਖਿਆਲ ਸੋਚ ਦੀ ਦੁਰਵਰਤੋਂ ਹੁੰਦਾ ਹੈ। ਹਰ ਇੱਕ ਮਾੜਾ ਖਿਆਲ ਸੋਚ ਦੀ ਦੁਰਵਰਤੋਂ ਹੈ। ਬਾਣੀ ਪੜ੍ਹਨੀ ਸੁਰਤ ਦੇ ਦੁਆਰਾ ਤੇ ਨਾਮ ਜਪਣਾ ਇਹ ਸਦ ਵਰਤੋਂ ਹੈ। ਤਾਂ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਪੋ ਤਾਂ ਏਕੋ ਨਾਮਾ। ਤਾਂ ਤੁਸੀਂ ਇੱਕ ਵਾਹਿਗੁਰੂ ਦੇ ਨਾਲ ਜੁੜੋ, ਜਿਹਨੇ ਤੁਹਾਨੂੰ ਬਣਾਇਆ ਹੈ, ਜਿਹੜਾ ਦੁਨੀਆ ਨੂੰ ਬਣਾਉਣ ਵਾਲਾ, ਜਿਹਦੇ ਕਹੇ ਹੋਏ ਸੂਰਜ ਚੜ੍ਹਦਾ ਹੈ, ਜਿਹਦੇ ਕਹੇ ਹੋਈ ਛਿਪਦਾ ਹੈ, ਜਿਹਦੇ ਕਹੇ ਤੇ ਫੁੱਲ ਖਿੜਦੇ ਨੇ। ਜਦੋਂ ਉਹ ਚੰਦਰਮਾ ਨੂੰ ਕਹਿੰਦਾ ਹੈ ਇਦਨ ਤੂੰ ਪੂਰਾ ਹੋਣਾ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਆ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾਨਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਪਉ ਲਿਖਿਆ ਸਿਰ ਲੇਖ। ਇਸ ਕਰਕੇ ਸਾਰੀਆਂ ਚੀਜ਼ਾਂ ਉਹਦੇ ਭੈ ਵਿੱਚ ਨੇ। ਉਹ ਤਿਤਲੀਆਂ ਨੂੰ ਰੰਗ ਭਰ ਕੇ ਬਣਾਉਂਦਾ ਹੈ, ਉਹ ਫੁੱਲਾਂ ਤੇ ਮੰਡਰਾਉਂਦੀਆਂ ਨੇ, ਭਵਰੇ ਉਹਨੇ ਬਣਾਏ ਨੇ। ਸਾਰੇ ਜੀ ਉਹਦੇ ਵੱਸ 'ਚ ਨੇ, ਸਭ ਕੋ ਤੇਰੇ ਵੱਸ। ਤਾਂ ਅਸੀਂ ਐਸੇ ਹੀ ਮਾਲਕ ਦਾ ਨਾਮ ਜਪਣਾ ਹੈ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਦੁਨੀਆ ਦੇ ਲੋਕ ਪਹਿਲਾਂ ਹੋਰ ਤਰ੍ਹਾਂ ਸੋਚਦੇ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹਜੇ ਨਹੀਂ ਸੀ ਹੋਇਆ, ਧਰਤੀ ਦੀ ਪੁਕਾਰ ਨਹੀਂ ਸੀ ਹੋਈ, ਕਹਿੰਦੇ ਸੀ ਬਣਾਉਂਦਾ ਕੋਈ ਹੋਰ ਆ, ਇਨਸਾਨ ਬਣਾਉਂਦਾ ਕੋਈ ਹੋਰ ਆ, ਪਾਲਦਾ ਕੋਈ ਹੋਰ ਆ, ਢਾਉਂਦਾ ਕੋਈ ਹੋਰ ਆ। ਕਹਿੰਦੇ ਸੀ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ।
ਜਪਜੀ ਸਾਹਿਬ 'ਚ ਪੰਕਤੀਆਂ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਕਹਿੰਦੇ ਸੀ ਆ ਬਣਾਉਣ ਵਾਲਾ ਬ੍ਰਹਮਾ ਹੈ, ਇੱਕ ਸੰਸਾਰੀ, ਇੱਕ ਭੰਡਾਰੀ, ਭੰਡਾਰੇ ਦੇਣ ਵਾਲਾ ਵਿਸ਼ਨੂੰ ਆ, ਤੇ ਇੱਕ ਲਾਏ ਦੀਵਾਨ, ਮਾਰਨ ਵਾਲਾ ਸ਼ਿਵ ਆ। ਤਿੰਨ ਗੱਲਾਂ ਨੂੰ ਲੋਕ ਮੰਨਦੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਫਿਰ ਦੱਸਿਆ, ਕਹਿੰਦੇ ਨਹੀਂ, ਤਿੰਨ ਨਹੀਂ ਹੈਗੇ, ਇੱਕ ਹੀ ਆ। ਜਿਹੜਾ ਬਣਾਉਂਦਾ ਉਹੀ ਪਾਲਦਾ, ਜਿਹੜਾ ਪਾਲਦਾ ਉਹੀ ਢਾਉਂਦਾ ਹੈ। ਫਿਰ ਸਵਾਲ ਖੜਾ ਹੋ ਗਿਆ, ਜਿਹਨੇ ਬਣਾਇਆ ਉਹ, ਜਿਹਨੇ ਪਾਲਿਆ ਉਹ ਢਾਵੇਗਾ ਕਿਉਂ, ਉਹ ਕਿਉਂ ਮਿਟਾਵੇਗਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਖੇਡ, ਉਹਦੀ ਖੇਡ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਮੁੰਦਰ ਦੇ ਕਿਨਾਰੇ ਬੱਚੇ ਜਾਂਦੇ ਨੇ, ਹੱਸਦੇ ਹੱਸਦੇ ਹੱਸਦੇ, ਖੇਡਦੇ ਖੇਡਦੇ ਮਿੱਟੀ ਦੇ ਘਰ ਬਣਾਉਂਦੇ ਨੇ ਤੇ ਬੜੀ ਲੀਪਾ ਪੋਚੀ ਉਹਨਾਂ ਦੀ ਕਰਦੇ ਨੇ, ਪਰ ਜਦੋਂ ਸ਼ਾਮ ਹੁੰਦੀ ਆ ਆਪੇ ਹੀ ਢਾਹ ਦਿੰਦੇ ਨੇ। ਬਣਾਉਣ ਵਿੱਚ ਕੋਈ ਲਾਭ ਨਹੀਂ, ਢਾਉਣ 'ਚ ਉਹਨਾਂ ਨੂੰ ਕੋਈ ਨੁਕਸਾਨ ਨਹੀਂ। ਬਣਾਉਣਾ ਖੇਡ, ਮਿਟਾਉਣਾ ਖੇਡ, ਢਾਉਣਾ ਖੇਡ। ਇਸ ਕਰਕੇ ਛੋਟੇ ਬੱਚੇ ਜਿਹੜੇ ਹੁੰਦੇ ਨੇ ਉਹ ਮਿੱਟੀ ਦੇ ਘਰ ਬਣਾ ਕੇ ਢਾਹ ਦਿੰਦੇ ਨੇ। ਕੋਈ ਨਫਾ ਨਹੀਂ, ਕੋਈ ਨੁਕਸਾਨ ਨਹੀਂ, ਖੇਡ ਆ। ਪਰਮਾਤਮਾ ਜੀਆਂ ਨੂੰ ਬਣਾ ਕੇ ਢਾਹ ਦਿੰਦਾ ਹੈ, ਕੋਈ ਨਫਾ ਨਹੀਂ ਉਹਨੂੰ, ਕੋਈ ਨੁਕਸਾਨ ਨਹੀਂ ਇਹਦੇ ਵਿੱਚ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਜਿਸ ਖੇਡ ਦੇ ਵਿੱਚ ਨਫਾ ਹੋਵੇ, ਨੁਕਸਾਨ ਹੋਵੇ, ਉਹ ਖੇਡ ਨਹੀਂ ਹੋਵੇਗੀ, ਉਹ ਜੰਗ ਹੋਵੇਗੀ, ਉਹ ਯੁੱਧ ਹੋਵੇਗਾ। ਇਸ ਕਰਕੇ ਖੇਡ ਖੇਡਦੇ ਨੇ ਜਾਂ ਤਾਂ ਬੱਚੇ, ਖੇਡਾਂ ਖੇਡਦੇ ਨੇ ਜਾਂ ਤਾਂ ਛੋਟੇ ਛੋਟੇ ਨਿਆਣੇ, ਜਾਂ ਫਿਰ ਪਰਮਾਤਮਾ। ਦੋ ਹੀ ਹਨ ਦੁਨੀਆ ਦੇ ਵਿੱਚ, ਦੋ ਤਰ੍ਹਾਂ ਦੀਆਂ ਖੇਡਾਂ ਨੇ। ਜਾਂ ਰੱਬ ਖੇਡਦਾ ਹੈ, ਇਨਸਾਨ ਬਣਾਉਂਦਾ ਹੈ, ਉਹਨੂੰ ਪਾਲਦਾ, ਵੱਡਾ ਕਰਦਾ, ਤੋੜ ਦਿੰਦਾ ਹੈ, ਜਾਂ ਬੱਚੇ ਖੇਡਦੇ ਨੇ। ਬਾਕੀ ਖੇਡਾਂ ਵਿੱਚ ਨਫਾ ਹੈ, ਨੁਕਸਾਨ ਹੈ। ਕੋਈ ਜਿੱਤ ਕੇ ਆ ਜੇ ਤਾਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ, ਹਾਰ ਕੇ ਆ ਜਾਵੇ ਕੋਈ ਟੀਮ ਤੇ ਉਹਨੂੰ ਫਿਰ ਲਾਹਨਤਾਂ ਪਾਈਆਂ ਜਾਂਦੀਆਂ ਨੇ, ਜਿਵੇਂ ਉਹ ਬਹੁਤ ਵੱਡਾ ਨੁਕਸਾਨ ਕਰ ਆਏ ਹੋਣ। ਇਹ ਖੇਡਾਂ ਜੰਗ ਨੇ। ਖੇਡਾਂ ਸਿਰਫ ਪਰਮਾਤਮਾ ਖੇਡਦਾ ਹੈ ਜਾਂ ਬੱਚੇ ਖੇਡਦੇ ਨੇ। ਅਜੋਕੀਆਂ ਖੇਡਾਂ ਖੇਡਾਂ ਨਹੀਂ, ਇਹ ਤਾਂ ਇੱਕ ਜੰਗ ਨੇ। ਜਪੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ। ਜਿਹੜੇ ਰਹਿਬਰ ਹੁੰਦੇ ਨੇ, ਰਹਿਬਰ ਤੋਂ ਭਾਵ ਹੈ ਅਵਤਾਰ ਹੁੰਦੇ ਨੇ। ਅਵਤਾਰਾਂ ਤੋਂ ਭਾਵ ਦੁਨੀਆ ਨੂੰ ਜੋ ਪੈਗਾਮ ਦੇਣ ਆਉਂਦੇ ਨੇ ਰੱਬ ਦਾ, ਉਹਨਾਂ ਦੇ ਜਿਹੜੇ ਯੁੱਧ ਹੁੰਦੇ ਨੇ, ਉਹਨਾਂ ਦੀ ਜੰਗ ਹੁੰਦੀ ਆ, ਉਹ ਵੀ ਖੇਡ ਹੁੰਦੀ ਆ। ਛੇਵੇਂ ਪਾਤਸ਼ਾਹ ਜੀ ਜਿਹੜੇ ਨੇ ਤੇ ਉਹ ਪੈਂਦੇ ਖਾਂ ਨੂੰ ਕਹਿੰਦੇ ਨੇ ਕਿ ਜੇਕਰ ਤੂੰ ਮੈਨੂੰ ਮਾਰਨਾ ਹੈ ਤਾਂ ਇੱਦਾਂ ਵਾਰ ਕਰ ਮੇਰੇ ਤੇ, ਫਿਰ ਮੈਂ ਮਰਾਂਗਾ। ਇਸ ਕਰਕੇ ਉਹਨਾਂ ਦੀ ਜਿਹੜੀ ਯੁੱਧ ਹੁੰਦੀ ਆ, ਯੁੱਧ ਕਲਾ, ਜੰਗ ਹੁੰਦੀ ਆ, ਉਹ ਖੇਡ ਹੁੰਦੀ ਆ ਅਵਤਾਰਾਂ ਦੀ। ਕੋਈ ਨਫਾ ਨਹੀਂ, ਕੋਈ ਉਹਨਾਂ ਨੂੰ ਹਾਨੀ ਨਹੀਂ, ਕੋਈ ਉਹਨਾਂ ਨੂੰ ਲਾਭ ਨਹੀਂ। ਤੇ ਆਪਾਂ ਵੇਖਦੇ ਹਾਂ ਆਪਣੀ ਜ਼ਿੰਦਗੀ ਵਿੱਚ, ਜੇ ਜ਼ਿੰਦਗੀ ਨੂੰ ਮਹਾਰਾਜ ਕਹਿੰਦੇ ਤੁਸੀਂ ਖੇਡ ਦੀ ਤਰ੍ਹਾਂ ਲਾਓਗੇ, ਤੁਸੀਂ ਨੁਕਸਾਨ ਹੋਣ ਤੇ ਰੋਵੋਗੇ ਨਹੀਂ, ਨਫਾ ਹੋਣ ਤੇ ਪੈਰ ਨਹੀਂ ਛੱਡੋਗੇ। ਦੋ ਗੱਲਾਂ ਹਨ, ਬੰਦਾ ਇੱਕ ਬਚਾਉਣੀ ਚਾਹੁੰਦਾ ਹੈ, ਇੱਕ ਛੱਡਣੀ ਚਾਹੁੰਦਾ, ਜੋ ਕਿ ਬੜੀ ਔਖੀ ਚੀਜ਼ ਆ। ਕਹਿੰਦੇ ਨੇ ਜੇ ਤੁਸੀਂ ਜ਼ਿੰਦਗੀ ਨੂੰ ਇੱਕ ਖੇਡ ਮੰਨਦੇ ਹੋ ਤਾਂ ਉਹਦੇ ਵਿੱਚ ਮੁਨਾਫਾ ਹੋ ਗਿਆ, ਉਹ ਵੀ ਖੇਡ ਹੀ ਆ। ਨੁਕਸਾਨ ਹੋ ਗਿਆ, ਉਹ ਵੀ ਖੇਡ ਹੀ ਆ। ਤਾਂ ਇੱਦਾਂ ਤੁਸੀਂ ਹੌਲੀ ਹੌਲੀ ਜਦੋਂ ਸ਼ੁਰੂ ਕਰੋਗੇ ਤਾਂ ਵੱਡੀਆਂ ਵੱਡੀਆਂ ਚੀਜ਼ਾਂ ਨੂੰ ਤੁਹਾਨੂੰ ਜਰਨਾ ਆ ਜਾਏਗਾ। ਸਿਮਰਨ ਕਰੋ, ਤੁਹਾਨੂੰ ਸੁੱਖ ਮਿਲੇਗਾ। ਸਿਮਰਨ ਕਰੋ, ਤੁਹਾਨੂੰ ਪੁੱਤਰ ਦੀ ਦਾਤ ਮਿਲੇਗੀ। ਇਹ ਹਜੇ ਥੱਲੜਲੇ ਲੈਵਲ ਦੀਆਂ ਗੱਲਾਂ ਨੇ। ਸਿਮਰਨ ਕਰੋ, ਤੁਹਾਨੂੰ ਇੰਨੀ ਸੁਰਤ ਉੱਚੀ ਹੋ ਜਾਏਗੀ ਕਿ ਹਰ ਚੀਜ਼ ਤੁਸੀਂ ਪਿੰਡੇ ਤੇ ਹੰਢਾ ਜਾਓਗੇ। ਵੱਡਾ ਵੱਡਾ ਨੁਕਸਾਨ ਵੀ ਤੇ ਵੱਡੀ ਤੋਂ ਵੱਡੇ ਲਾਭ ਨੂੰ ਵੀ ਪੈਰ ਨਹੀਂ ਛੱਡੋਗੇ। ਸੁਰਤ ਇੱਕ ਥਾਂ ਸਟੇਬਲ ਰਹੂਗੀ, ਟਿਕੀ ਰਹੂਗੀ। ਇਹਨੂੰ ਸਿਮਰਨ ਕਹਿੰਦੇ ਨੇ। ਜਪੋ ਤਾਂ ਏਕੋ ਨਾਮਾ।
परमात्मा दे इक्को एक बनाउण वाले नूं जपो। परमात्मा ही बनाउंदा है, ਉਹੀ पालदा है, ਉਹੀ ਢਾਉਂਦਾ है। ਉਹਦੇ ਤੋਂ बिना किसे होर दी याद मन च चलनी नेफल अवर नराफल कामा रहाओ। ए मन ईटी हाथ करो पुन नेत्रों नींद न आवे। रसना नाम जबो तब मथीए इन विद ਅੰਮ੍ਰਿਤ ਪਾਵੋ। ਤੇ ਇਦਾਂ ਦੁੱਧ ਰਿੜਕਣ ਲਈ, ਦਹੀਂ ਰਿੜਕਣ ਲਈ ਉਹ ਪੁਰਾਣੇ ਜ਼ਮਾਨੇ ਵਿੱਚ ਈਟੀਆਂ ਹੁੰਦੀਆਂ ਸੀ, ਉਹ ਲੱਕੜ ਦੀਆਂ ਛੋਟੀਆਂ ਛੋਟੀਆਂ, ਉਹਨਾਂ ਨੂੰ ਹੱਥ 'ਚ ਫੜ ਕੇ ਇੱਦਾਂ ਮਧਾਣੀ ਰਿੜਕਦੇ ਸੀ। ਜ਼ਮਾਨੇ ਦੇ ਹਿਸਾਬ ਨਾਲ ਸਭ ਬਦਲੀ ਜਾਂਦਾ ਹੈ। ਤਾਂ ਮਹਾਰਾਜ ਨੇ ਉਦੋਂ ਉਹ ਚੀਜ਼ ਸੀ ਤੇ ਉਹ ਲਿਖੀ ਆ, ਇਹ ਮਨ ਈਟੀ। ਕਹਿੰਦੇ ਮਨ ਨੂੰ ਈਟੀਆਂ ਦੇ ਵਾਂਗ ਹੱਥ 'ਚ ਫੜ ਕੇ ਤੇ ਆਪਣੀ ਆਲਸ ਨੀਂਦ ਛੱਡ ਕੇ, ਨੇਤਰੋਂ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਏ। ਆਪਦੀ ਰਸਨਾ ਨੂੰ, ਜੀਵ ਨੂੰ ਮਧਾਣੀ ਬਣਾ ਕੇ ਨਾਮ ਨੂੰ ਰਿੜਕੋ ਤੇ ਅੰਦਰੋਂ ਹੀ ਤੁਹਾਡੇ ਇਨ ਵਿਦ ਅੰਮ੍ਰਿਤ ਪਾਵੋ। ਇਵੇਂ ਜਿਹੜਾ ਤੇ ਅੰਮ੍ਰਿਤ ਤੁਹਾਨੂੰ ਪ੍ਰਾਪਤ ਹੋਵੇਗਾ। ਕਬੀਰ ਸਾਹਿਬ ਜੀ ਦਾ ਇੱਕ ਬਚਨ ਆ ਬੜਾ ਸੋਹਣਾ, ਹੋਰ ਕਲੀਅਰ ਹੋ ਜਾਏਗੀ ਗੱਲ। ਕਹਿੰਦੇ ਕਬੀਰ ਹੇ ਕਬੀਰ ਮਾਇਆ ਡੋਲਣੀ। ਮਾਇਆ ਬੰਦੇ ਨੂੰ ਡਲਾਉਂਦੀ ਰਹਿੰਦੀ ਆ। ਸਿਮਰਨ ਕੀ ਕਰਦਾ? ਸਿਮਰਨ ਡੋਲਣ ਨਹੀਂ ਦਿੰਦਾ। ਸਿਮਰਨ ਤੋਂ ਭਾਵ ਵਾਹਿਗੁਰੂ ਦੀ ਯਾਦ, ਉਹਨੂੰ ਚੇਤੇ ਕਰਨ ਦਾ ਗੁਣ ਬੰਦੇ ਨੂੰ ਡੋਲਣ ਨਹੀਂ ਦਿੰਦਾ। ਸਿਮਰਨ ਕਰੋ ਪੁੱਤਰ ਮਿਲੇਗਾ, ਸਿਮਰਨ ਕਰੋ ਖੁਸ਼ੀਆਂ ਮਿਲਣਗੀਆਂ, ਸਿਮਰਨ ਕਰੋ ਤੇ ਤੁਹਾਨੂੰ ਸੁੱਖ ਮਿਲੇਗਾ। ਹਜੇ ਆਪਾਂ ਇੱਥੇ ਹੀ ਰੁਕੇ ਹਾਂ। ਇਦੋਂ ਗਾਂਹ ਵਾਲੀ ਪੌੜੀ ਇਹ ਆ, ਸਿਮਰਨ ਕਰੋ ਸੁਰਤ ਨਹੀਂ ਡੋਲੇਗੀ, ਸੁੱਖ 'ਚ ਵੀ ਵੱਡੇ ਤੋਂ ਵੱਡੇ ਦੁੱਖ 'ਚ ਵੀ। ਕੀ ਅਸੀਂ ਸੁੱਖ 'ਚ ਵੀ ਡੋਲ ਜਾਂਦੇ ਹਾਂ? ਬਿਲਕੁਲ ਡੋਲ ਜਾਂਦੇ ਹਾਂ। ਦੂਜਿਆਂ ਨੂੰ ਸਮਝਦੇ ਨਹੀਂ, ਕੁਝ ਮਿਲ ਜਾਵੇ, ਪਦਵੀ, ਕੋਈ ਰੁਤਬਾ, ਕੋਈ ਅਹੁਦਾ। ਕੀ ਅਸੀਂ ਦੁੱਖ 'ਚ ਵੀ ਡੋਲ ਜਾਂਦੇ ਹਾਂ? ਬਿਲਕੁਲ ਉਹਦੇ ਵਿੱਚ ਜ਼ਿਆਦਾ ਡੋਲ ਜਾਂਦੇ ਹਾਂ। ਕਈ ਵਾਰੀ ਮੁਨਕਰ ਹੋ ਜਾਂਦੇ ਹਾਂ, ਰੱਬ ਹੈ ਹੀ ਨਹੀਂ, ਜੇ ਤੂੰ ਹੁੰਦਾ ਤੇ ਮੈਨੂੰ ਇੰਨੇ ਦੁੱਖ ਨਾ ਹੁੰਦੇ। ਸਿਮਰਨ ਦੀ ਜਿਹੜੀ ਅਵਸਥਾ ਹੈ ਉਹ ਹੈ ਸੁਰਤ ਦਾ ਅਚਲ ਰਹਿਣਾ, ਐਰਨ ਵਾਂਗ ਥੋੜੇ ਮਾਰੀ ਚੱਲੋ, ਮਾਰੀ ਚੱਲੋ, ਮਾਰੀ ਚੱਲੋ, ਉਹ ਹਿਲਦੀ ਨਹੀਂ। ਐਹਰਨ ਮਤ ਪਰ ਹੋਈ ਕਾਹਦੇ ਨਾਲ? ਵੇਦ ਹਥਿਆਰ। ਇਸ ਕਰਕੇ ਕਬੀਰ ਮਾਇਆ ਡੋਲਣੀ। ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਪੜਾਅ ਆਉਂਦੇ ਨੇ, ਬਚਪਨ, ਜਵਾਨੀ, ਬੁਢੇਪਾ, ਇਹਦੇ ਵਿੱਚ ਕਿ ਵੱਡੇ ਵੱਡੇ ਹਥੌੜੇ ਸਾਡੇ ਮਨ 'ਤੇ ਵੱਜਦੇ ਨੇ। ਮਾਇਆ ਹੀ ਮਾਰਦੀ ਆ। ਕਬੀਰ ਮਾਇਆ ਡੋਲਣੀ, ਘਣ ਮਾਰਦੀ ਆ, ਡਲਾਉਂਦੀ ਆ ਬੰਦੇ ਨੂੰ ਮਾਇਆ। ਮਾਇਆ ਤੋਂ ਭਾਵ ਪੈਸੇ ਨਹੀਂ, ਉਹ ਹਰ ਚੀਜ਼ ਜਿਹੜੀ ਤੁਹਾਨੂੰ ਰੱਬ ਨਾਲੋਂ ਤੋੜਨ ਦਾ ਯਤਨ ਕਰ ਰਹੀ ਆ, ਅਕੋਰਡਿੰਗ ਟੂ ਗੁਰਬਾਣੀ ਦੇ ਅਨੁਸਾਰ ਉਹ ਮਾਇਆ ਹੈ। ਉਹ ਹੁਣ ਤੁਹਾਨੂੰ ਪਤਾ ਵੀ ਕਿਹੜੀ ਚੀਜ਼ ਤੁਸੀਂ ਰੱਬ ਤੋਂ ਟੁੱਟਦੇ ਹੋ। ਜੇ ਪੁੱਤ ਧੀ ਉਹ ਤੋੜ ਰਹੇ ਆ ਤੇ ਉਹ ਵੀ ਮਾਇਆ ਹੀ ਨੇ। ਕੋਠੀ ਤੋੜ ਰਹੀ ਆ, ਉਹ ਮਾਇਆ ਹੈ। ਜੇ ਪੁੱਤ ਧੀਆਂ ਜੋੜ ਰਹੇ ਆ, ਉਹ ਮਾਇਆ ਨਹੀਂ। ਤਾਂ ਮਾਇਆ ਦੀ ਥੋੜ੍ਹੀ ਜਿਹੀ ਬੜੀ ਜ਼ਿਆਦਾ ਬਹੁਤ ਡੂੰਘਾਈ ਵਿੱਚ ਅਰਥ ਨੇ। ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ। ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਮੱਖਣ ਇਹਦੇ ਅਰਥ ਨੇ ਛਾਛ, ਲੱਸੀ। ਸੰਤਾਂ ਨੇ ਮੱਖਣ ਖਾਧਾ ਹੈ ਆਪਦੀ ਜੀਭ ਨੂੰ ਰਿੜਕ ਕੇ, ਆਪਦੇ ਅੰਦਰੋਂ ਹੀ ਨਾਮ ਰੂਪੀ ਅੰਮ੍ਰਿਤ ਨੂੰ ਮੱਖਣ ਬਣਾ ਕੇ ਛਕਿਆ ਹੈ। ਆਹ ਸੰਸਾਰ ਦੇ ਲੋਕਾਂ ਲਈ ਰਹਿੰਦ ਖੂੰਦ ਜਿਹੜੀ ਹੁੰਦੀ ਹੈ ਮੱਖਣ ਦੀ, ਜਿਹਨੂੰ ਆਪਾਂ ਲੱਸੀ ਕਹਿੰਦੇ ਹਾਂ, ਉਹ ਵੀ ਬੜੀ ਪਤਲੀ ਜੀ ਲੱਸੀ ਇਹਨਾਂ ਦੇ ਹਿੱਸੇ ਆਈ ਆ। ਅਸਲੀ ਆਨੰਦ ਜ਼ਿੰਦਗੀ ਦਾ ਸਾਧੂ ਸੰਤਾਂ ਨੇ ਹੀ ਮਾਣਿਆ ਹੈ। ਜ਼ਿੰਦਗੀ ਹੁੰਦੀ ਆ, ਜ਼ਿੰਦਗੀ ਵਿੱਚ ਬੜੇ ਹਥੌੜੇ ਵੱਜਦੇ ਨੇ। ਕਈਆਂ ਦੇ ਬਚਪਨ 'ਚ ਹੀ ਵੱਜਦੇ ਨੇ, ਕਈਆਂ ਦੇ ਜਵਾਨੀ 'ਚ ਤੇ ਕਈਆਂ ਦੇ ਬੁਢੇਪੇ 'ਚ ਵੀ। ਭਾਵ ਡਲਾਉਂਦੀ ਆ ਮੱਤ ਨੂੰ। ਅਸੀਂ ਬੜੀ ਛੇਤੀ ਜਿਹਦੇ ਕਰਕੇ ਡੋਲ ਜਾਂਦੇ ਹਾਂ, ਉਹਨੂੰ ਹੀ ਬਿਨਾਂ ਡੋਲਣ ਤੋਂ ਰੱਖਣਾ। ਉਹਦੇ ਲਈ ਹੋਈ ਜਪੋ ਤਾਂ ਏਕੋ ਨਾਮਾ, ਉਹਦੇ ਲਈ ਬਸ ਸਿਮਰਨ। ਸਿਮਰਨ ਤੁਹਾਨੂੰ ਡੋਲਣ ਨਹੀਂ ਦੇਵੇਗਾ, ਉਹਦੀ ਯਾਦ ਤੁਹਾਨੂੰ ਡੋਲਣ ਨਹੀਂ ਦੇਵੇਗੀ।
ਜਿਹਦੇ ਕਰਕੇ ਤੁਸੀਂ ਵੱਡੇ ਤੋਂ ਵੱਡਾ ਦੁੱਖ ਸਹਿ ਜਾਓਗੇ। ਇੱਕ ਮੈਂ ਜਪਜੀ ਸਾਹਿਬ ਦਾ ਟੀਕਾ ਪੜ੍ਹ ਰਿਹਾ ਸੀ, ਆਚਾਰੀਆ ਰਜਨੀਸ਼ ਦਾ ਕੀਤਾ ਹੋਇਆ ਹੈ, ਬਹੁਤ ਉਹਦੇ ਵਿੱਚ ਸੁੰਦਰ ਸੁੰਦਰ ਗੱਲਾਂ ਜਪਜੀ ਸਾਹਿਬ ਦਾ ਹੈ। ਇਧਰ ਸੇ ਗੁਜ਼ਰਾ ਥਾ ਸੋਚਾ ਸਲਾਮ ਕਰਤਾ ਚਲੂੰ, ਉਹਦੇ ਅੱਗੇ ਲਿਖਿਆ ਹੈ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਟੀਕੇ ਕੀਤੇ ਨੇ। ਕਹਿੰਦੇ ਇਧਰੋਂ ਗੁਰੂ ਨਾਨਕ ਵਾਲੇ ਪਾਸਿਓਂ ਲੰਘ ਰਿਹਾ ਸੀ, ਸੋਚਿਆ ਚੱਲ ਇਹਨਾਂ ਨੂੰ ਸਲਾਮ ਕਰ ਦੇਵਾਂ, ਸਜਦਾ ਕਰ ਦੇਵਾਂ, ਇੰਨੀ ਪਿਆਰੀ ਰੂਹ ਆ। ਇੱਕ ਕਹਾਣੀ ਉਹਨਾਂ ਲਿਖੀ ਵਿੱਚ ਸਮਝਾਉਣ ਲਈ। ਕਹਿੰਦੇ ਇੱਕ ਜੁਨੈਦ ਫਕੀਰ ਸੀ, ਆਪਦੇ ਪੁੱਤਰ ਨੂੰ ਬਹੁਤ ਪਿਆਰ ਕਰਦਾ ਸੀ। ਕੋਈ ਕਾਰਨ ਹੋਇਆ ਤੇ 15 ਕੁ ਸਾਲ ਦੀ ਉਹਦੀ ਉਮਰ ਬੱਚੇ ਦੀ, ਉਹ ਚੜ੍ਹਾਈ ਕਰ ਗਿਆ ਤੇ ਉਹਨੂੰ ਦਫਨਾਏ। ਮੁਸਲਮਾਨ ਸੀ ਉਹ ਫਕੀਰ। ਘਰ ਵਿੱਚ ਆਇਆ, ਲੋਕ ਆਏ, ਅਫਸੋਸ ਹੋਇਆ, ਚਲੇ ਗਏ। ਰਾਤ ਨੂੰ ਜੁਨੈਦ ਦੀ ਪਤਨੀ ਪੁੱਛਦੀ ਆ, ਜੁਨੈਦ ਮੈਂ ਸੋਚਿਆ ਸੀ ਤੂੰ ਕਮਲਾ ਹੋ ਜਾਏਗਾ, ਪੁੱਤ ਬਿਨਾ ਉਹ ਚਲਿਆ ਗਿਆ, ਤੂੰ ਇੰਨਾ ਪਿਆਰ ਕਰਦਾ ਸੀ, ਮੈਂ ਜਾਣਦੀ ਹਾਂ। ਉਹ ਕਹਿੰਦਾ ਇੱਕ ਪਲ ਲਈ ਮੈਨੂੰ ਵੀ ਲੱਗਾ ਮੇਰਾ ਸਭ ਖਤਮ ਹੋ ਗਿਆ, ਇੱਕ ਪਲ ਲਈ ਮੈਨੂੰ ਲੱਗਾ ਮੇਰਾ ਸਭ ਖਤਮ ਹੋ ਗਿਆ। ਫਿਰ ਮੈਂ ਸੋਚਿਆ ਮਨਾ, ਦੇਖ ਜਦੋਂ ਪੁੱਤਰ ਨਹੀਂ ਸੀ ਮਿਲਿਆ ਉਦੋਂ ਵੀ ਤਾਂ ਮੈਂ ਸੀ ਨਾ, ਉਦੋਂ ਵੀ ਆਪਾਂ ਖੁਸ਼ ਰਹਿੰਦੇ ਸੀ। ਪਹਿਲਾਂ ਇਹਦੇ ਜਨਮ ਤੋਂ 15 ਸਾਲ ਪਹਿਲਾਂ ਆਪਾਂ ਖੁਸ਼ ਰਹਿੰਦੇ ਸੀ। ਫਿਰ ਇਹ ਮਿਲ ਗਿਆ ਸਾਨੂੰ, ਫਿਰ ਅਸੀਂ ਇਹਦੇ ਨਾਲ ਖੇਡੇ ਹਾਂ, ਲਾਡ ਲਡਾਏ ਹਾਂ। ਫਿਰ ਇਹ ਚਲਿਆ ਗਿਆ, ਪਹਿਲਾਂ ਹੈ ਨਹੀਂ ਸੀ, ਫਿਰ ਰੱਬ ਨੇ ਭੇਜਿਆ, ਫਿਰ ਖੋਲਿਆ। ਕਹਿੰਦਾ ਇਹ ਆਉਣਾ, ਜੁਨੈਦ ਆਖਦਾ ਇਹ ਜਾਣਾ, ਮੈਨੂੰ ਖੇਡ ਲੱਗੀ ਤਾਂ ਮੈਂ ਜਰ ਗਿਆ। ਆਵਣ ਜਾਣ ਇੱਕ ਖੇਲ ਬਣਾਇਆ। ਜਿਹੜਾ ਬੰਦਾ ਜ਼ਿੰਦਗੀ ਨੂੰ ਇੱਕ ਖੇਡ ਦੀ ਤਰ੍ਹਾਂ ਲੈਂਦਾ ਹੈ ਉਹ ਵੱਡੇ ਮਤਲਬ ਨੁਕਸਾਨ ਜਰ ਲੇਗਾ। ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ ਮੁਏ ਤੋ ਕਿਆ ਹੁਆ, ਜੀਵਤ ਕਈ ਹਜ਼ਾਰ। ਇੱਕ ਨੀ, ਦੋ ਨੀ, ਤਿੰਨ ਨੀ, 4 ਸਾਹਿਬਜ਼ਾਦੇ ਆ ਖਾਲਸੇ ਤੋਂ ਮੈਂ ਵਾਰੇ ਨੇ। ਫਿਰ ਕੀ ਹੋਇਆ ਜੇ 4 ਚਲੇ ਗਏ ਖੇਡ, ਫਿਰ ਕੀ ਹੋਇਆ ਜੇ 4 ਚਲੇ ਗਏ, ਉਹ ਖੁਦਾ ਦੀ ਖੇਡ, ਬਾਕੀ ਤਾਂ ਹੈਗੇ ਨੇ ਨਾ, ਇਹ ਵੀ ਮੇਰੇ ਪੋਤੀ ਨੇ। ਤਾਂ ਇੱਦਾਂ ਦੇ ਮੈਂ ਕਹਿਣ ਦਾ ਭਾਵ ਇਹ ਸਾਰੀ ਜ਼ਿੰਦਗੀ ਨੂੰ ਖੇਡ ਮੰਨਣਾ, ਇਹ ਬੰਦਗੀ ਨਾਲ ਹੀ ਮੰਨਿਆ ਜਾਵੇਗਾ। ਜ਼ਿੰਦਗੀ ਇੱਕ ਖੇਡ ਹੈ, ਨੁਕਸਾਨ ਹੋ ਗਿਆ ਖੇਡ, ਨਫਾ ਹੋ ਗਿਆ ਖੇਡ। ਖੇਡ ਵਿੱਚ ਹੰਕਾਰ ਨਹੀਂ ਹੁੰਦਾ, ਖੇਡ ਵਿੱਚ ਨੁਕਸਾਨ ਨਹੀਂ ਹੁੰਦਾ। ਤਾਂ ਕਰਕੇ ਫਕੀਰਾਂ ਨੂੰ ਨਫਾ ਨੁਕਸਾਨ ਕੋਈ ਅੰਤਰ ਨਹੀਂ, ਇਹਦੇ ਨਾਲ ਫਰਕ ਨਹੀਂ ਪੈਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਬੜੀ ਸੁੰਦਰ ਗਾਥਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੇ ਤੁਸੀਂ ਇਹ ਗੱਲ ਨੂੰ ਸੁਣੋਗੇ ਤਾਂ ਤੁਸੀਂ ਹੈਰਾਨ ਹੋਵੋਗੇ। 1707 ਦੇ ਵਿੱਚ ਔਰੰਗਜ਼ੇਬ ਇੱਦਾਂ ਉਹਦੀ ਮੌਤ ਹੋ ਗਈ। 1707 ਵਿੱਚ ਜ਼ਫਰਨਾਮੇ ਨੂੰ ਪੜ੍ਹਨ ਤੋਂ ਬਾਅਦ ਤੇ ਉਹਨੂੰ ਚੈਨ ਹੀ ਨਹੀਂ ਆਇਆ ਤੇ ਉਹ ਸਪੁਰਦੇ ਖਾਕ ਹੋ ਗਿਆ। ਉਦੋਂ ਬਾਅਦ ਉਹਦਾ ਪੁੱਤਰ ਸੀ ਬਹਾਦਰ ਸ਼ਾਹ। ਸਤਿਗੁਰੂ ਜੀ ਨੇ ਉਹਨੂੰ ਤਖਤ ਦਿਵਾਉਣ ਲਈ, ਉਹ ਬੰਦਾ ਜਿਹਨੇ ਸਤਿਗੁਰੂ ਦੇ ਬੱਚਿਆਂ ਨੂੰ ਕੋਹ ਕੇ ਮਾਰਿਆ ਹੋਵੇ, ਸਾਹਿਬਜ਼ਾਦਿਆਂ ਨੂੰ, ਉਹਦੇ ਪੁੱਤਰ ਨੂੰ ਗੱਦੀ ਤੇ ਬਿਠਾਉਣ ਲਈ ਉਹਦੀ ਮਦਦ ਕੀਤੀ। ਬਹਾਦਰ ਸ਼ਾਹ ਉਹਦਾ ਨਾਮ ਸੀ। ਭਾਵ ਆਪਾਂ ਕਹਿੰਦੇ ਹਾਂ ਦੁਸ਼ਮਣ ਦਾ ਪੁੱਤਰ ਦੁਸ਼ਮਣ। ਇੱਥੋਂ ਮਹਾਰਾਜ ਨੇ ਆ ਵਾਰ-ਵਾਰ ਜੋ ਮੂਲ ਮੰਤਰ ਵਿੱਚ ਹੈ, ਨਿਰਵੈਰ ਨਿਰਵੈਰ ਨਿਰਵੈਰ, ਕਹਿਣ ਲਈ ਨਹੀਂ ਹੈਗਾ, ਕਰਕੇ ਦਿਖਾ ਦਿੱਤਾ ਕਿ ਦੁਸ਼ਮਣ ਹੈ। ਔਰੰਗਜ਼ੇਬ ਹੈ, ਪਰ ਉਹਦਾ ਪੁੱਤਰ ਹੈ। ਉਹ ਕੁਝ ਹੋਰ ਆ, ਇਹ ਕੁਝ ਹੋਰ ਆ। ਤਾਂ ਉਹਨੂੰ ਗੱਦੀ ਤੇ ਮਹਾਰਾਜ ਨੇ ਬਿਠਾਇਆ, ਮਦਦ ਕੀਤੀ, ਉਹਦਾ ਸਾਥ ਦਿੱਤਾ ਬਹਾਦਰ ਸ਼ਾਹ ਦਾ। ਬਹਾਦਰ ਸ਼ਾਹ ਫਿਰ ਮਹਾਰਾਜ ਨੂੰ ਮਿਲਣ ਆਉਂਦਾ ਰਿਹਾ। ਇਹ ਨੰਦੇੜ ਦੀ ਗੱਲ ਹੈ। ਇੱਕ ਦਿਨ ਮਹਾਰਾਜ ਨਦੀ ਦੇ ਕਿਨਾਰੇ, ਗੋਦਾਵਰੀ ਉੱਥੇ ਨਦੀ ਆ, ਤੇ ਉੱਥੇ ਮਹਾਰਾਜ ਬੈਠੇ ਨੇ ਤੇ ਇਹ ਵੀ ਬਹਾਦਰ ਸ਼ਾਹ ਵੀ ਆਇਆ। ਮਹਾਰਾਜ ਕੋਲ ਬੈਠਾ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ, ਦੱਸੋ ਜੀ
ਆਪ ਕੀ ਕੈਸੀ ਬੀਤੀ। ਉਦੋਂ ਮਹਾਰਾਜ 1708 ਚੱਲ ਰਿਹਾ ਹੈ ਸੰਮਤ, ਤੇ ਉਦੋਂ ਮਹਾਰਾਜ ਦੇ ਆਖਰੀ 42ਵਾਂ ਸਾਲ ਹੈ ਉਮਰ ਦਾ। ਤੇ ਬਹਾਦਰ ਸ਼ਾਹ ਭਾਵੇਂ ਜਾਣਦਾ ਹੈ, ਸਭ ਕੁਝ ਜਾਣਦਾ, ਪਰ ਇੱਕ ਕਹਿੰਦਾ ਇਹਨਾਂ ਦੇ ਅੰਦਰੋਂ ਮੈਂ ਪੁੱਛਾਂ ਤਾਂ ਸਹੀ, ਇਹਨਾਂ ਦੀ ਉਮਰ ਕੈਸੀ ਬੀਤੀ ਆ। 42 ਸਾਲ ਹੋ ਗਏ ਨੇ ਆਇਆਂ ਨੂੰ, ਕਿੱਦਾਂ ਦੀ ਜ਼ਿੰਦਗੀ ਆ। ਜਿਵੇਂ ਆਪਾਂ ਕਿਸੇ ਨੂੰ ਆਪਣਾ ਬਣਾ ਕੇ ਪੁੱਛਦੇ ਹਾਂ ਵੀ ਇਹ ਮੈਨੂੰ ਦੁੱਖ ਦੱਸੇਗਾ, ਉਹਨੂੰ ਲੱਗਾ ਵੀ ਮਹਾਰਾਜ ਨੂੰ ਬਹੁਤ ਦੁੱਖ ਆ ਤੇ ਇਹ ਇੱਦਾਂ ਭਾਵ ਮੇਰੇ ਨਾਲ ਸਾਂਝਾ ਕਰਨਗੇ ਤੇ ਹੋ ਸਕਦਾ ਘਟ ਜਾਏਗਾ। ਇਹਨਾਂ ਨੇ ਮੈਨੂੰ ਤਖਤ ਤੇ ਬਿਠਾਇਆ। ਕਹਿਣ ਲੱਗੇ, ਗੁਰੂ ਗੋਬਿੰਦ ਜੀ ਦੱਸੋ ਆਪ ਕੀ ਕੈਸੀ ਬੀਤੀ, ਤੁਹਾਡੀ ਜ਼ਿੰਦਗੀ ਕਿੱਦਾਂ ਦੀ ਰਹੀ ਹੁਣ ਤੱਕ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਕਹਿੰਦੇ ਨੇ, ਕਹਿੰਦੇ ਦੇਖੋ ਬਹਾਦਰ ਸ਼ਾਹ ਜੀ, ਪਟਨੇ ਦੇ ਕਿਨਾਰੇ ਤੋਂ ਲੈ ਕੇ, ਪਟਨਾ ਹੈ, ਪਟਨਾ ਸ਼ਹਿਰ ਬਿਖੈ ਭਵ ਲਿਓ, ਤਹੀਂ ਪ੍ਰਕਾਸ਼ ਹਮਾਰਾ ਪਇਓ। ਪਟਨਾ ਸ਼ਹਿਰ ਹੈ, ਉਹਦੇ ਵਿੱਚ ਗੰਗਾ ਨਦੀ ਦੇ ਕਿਨਾਰੇ ਤੋਂ ਲੈ ਕੇ ਅੱਜ ਨੰਦੇੜ ਹਜੂਰ ਸਾਹਿਬ ਦੀ ਗੋਦਾਵਰੀ ਨਦੀ ਦੇ ਕੰਢੇ ਤੇ ਮੈਂ ਬੈਠਾ ਹਾਂ। ਉਹ ਕਿਨਾਰੇ ਤੋਂ ਲੈ ਕੇ ਹੁਣ ਤੱਕ 42 ਸਾਲ ਦੀ ਮੇਰੀ ਉਮਰ ਬਣਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇਹਦੇ ਵਿੱਚ ਇਤਨਾ ਕੁਝ ਹੋਇਆ, ਇਤਨਾ ਕੁਝ ਹੋਇਆ, ਕੀ ਦੱਸਾਂ ਮੈਂ। 5 ਸਾਲ ਤੱਕ ਤਾਂ ਮੈਂ ਆਪਣੇ ਪਿਤਾ ਜੀ ਦਾ ਮੁੱਖ ਹੀ ਨਹੀਂ ਦੇਖਿਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਮ ਗਏ ਹੋਏ ਸੀ ਉਦੋਂ। ਸਤਿਗੁਰੂ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਪਟਨਾ ਸਾਹਿਬ, ਗੁਰੂ ਤੇਗ ਬਹਾਦਰ ਜੀ ਸਿੱਖੀ ਦਾ ਪ੍ਰਚਾਰ ਕਰਨ ਲਈ ਅਸਾਮ ਗਏ ਹੋਏ ਸੀ। ਪਿੱਛੇ ਖਬਰ ਭੇਜੀ ਸੀ ਕਿ ਤੁਹਾਡੇ ਘਰ ਦੇ ਵਿੱਚ ਤੇ ਲਾਲ ਪੈਦਾ ਹੋਇਆ ਹੈ। ਇਸ ਪ੍ਰਕਾਰ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੈਂ ਤਾਂ ਉਹਨਾਂ ਦਾ ਮੁੱਖ ਨਹੀਂ ਇੱਦਾਂ ਤੱਕਿਆ। 5 ਸਾਲ ਮੈਂ ਉਹਨਾਂ ਦਾ ਮੁੱਖ ਨਹੀਂ ਤੱਕਿਆ। ਮੇਰੀ ਸ਼ੁਰੂਆਤ ਪਹਿਲਾਂ ਇੱਥੋਂ ਹੋਈ ਆ, ਭਾਵ ਜਿਵੇਂ ਇੱਕ ਮਾਂ ਪਿਓ ਦੇ ਨਾਲ ਲਾਡ ਹੁੰਦੇ ਨੇ। ਕਹਿੰਦੇ ਸੰਗਤ ਨੇ ਮੈਨੂੰ ਪਿਆਰ ਕੀਤਾ, ਕੋਈ ਸ਼ੱਕ ਨਹੀਂ, ਬਹੁਤ ਪਟਨਾ ਸਾਹਿਬ ਦੀ ਧਰਤੀ ਤੋਂ ਪਿਆਰ ਮਿਲਿਆ, ਪਰ 5 ਸਾਲ ਬਾਅਦ ਮੈਂ ਆਪਣੇ ਪਿਤਾ ਨੂੰ ਤੱਕਿਆ ਸੀ। ਉਸ ਤੋਂ ਬਾਅਦ ਕਹਿੰਦੇ ਮੈਂ ਫਿਰ 9 ਸਾਲ ਦਾ ਜਦੋਂ ਹੋਇਆ, ਬਹਾਦਰ ਸ਼ਾਹ ਪੁੱਛਦਾ ਨਾ ਆਪ ਕੀ ਕੈਸੀ ਬੀਤੀ, ਫਿਰ ਉਹ ਦੱਸਦੇ ਨੇ 9 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਕਿ ਮੈਂ ਆਪਣੇ ਪਿਤਾ ਨੂੰ ਚਾਂਦਨੀ ਚੌਂਕ ਵਿੱਚ ਦਿੱਲੀ ਵਿੱਚ ਤੋਰਿਆ ਹਿੰਦੂ ਧਰਮ ਦੀ ਰੱਖਿਆ ਵਾਸਤੇ, ਤੇ ਉਹ ਚਲੇ ਗਏ। ਤੇ 9 ਸਾਲ ਦੀ ਮੇਰੀ ਉਮਰ ਸੀ, ਮੈਂ ਆਪਣੇ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਆਨੰਦਪੁਰ ਸਾਹਿਬ। ਧੜਦਾ ਨਹੀਂ ਕੱਲੇ ਸੀਸ ਦਾ। ਭਾਈ ਜੈਤਾ ਜੀ ਲੈ ਕੇ ਆਏ ਤੇ ਆਪਦੇ ਪਿਤਾ ਦੇ ਇਕੱਲੇ ਸੀਸ ਦਾ ਸੰਸਕਾਰ ਕੀਤਾ, ਧੜਦਾ ਨਹੀਂ ਕੀਤਾ। 9 ਸਾਲ ਦੀ ਉਮਰ ਵਿੱਚ ਇਦਾਂ ਮੇਰੇ ਨਾਲ ਹੋਇਆ ਹੈ। ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਕਹਿੰਦੇ ਨੇ ਬਹਾਦਰ ਸ਼ਾਹ ਤੁਸੀਂ ਪੁੱਛਦੇ ਹੋ ਫਿਰ ਕਿਵੇਂ ਬੀਤੀ। ਫਿਰ ਮੈਨੂੰ ਖਾਲਸੇ ਦੀ ਸਿਰਜਣਾ ਤੋਂ ਬਾਅਦ ਬੜਾ ਕੁਝ ਝੱਲਣਾ ਪਿਆ। ਭੰਗਾਣੀ ਦਾ ਯੁੱਧ ਕਰਨਾ ਪਿਆ, ਭੀਮ ਚੰਦ ਵਰਗੇ ਰਾਜੇ ਦੇ ਨਾਲ ਪੌਂਟਾ ਸਾਹਿਬ ਦੇ ਅਸਥਾਨ ਤੇ ਬਹੁਤ ਜੰਗਾਂ, 1 ਨਹੀਂ 2 ਨਹੀਂ 3 ਨਹੀਂ 14 ਜੰਗਾਂ ਲੜਨੀਆਂ ਪਈਆਂ। ਫਿਰ ਕਹਿੰਦੇ ਨੇ ਆਨੰਦਪੁਰ ਦੇ ਵਿੱਚ ਬੜਾ ਆਨੰਦ ਆਇਆ। ਸਾਰੀ ਉਮਰ ਵਿੱਚ ਕੀ ਹੋਇਆ ਮਹਾਰਾਜ ਦੱਸ ਰਹੇ ਨੇ। ਕਹਿੰਦੇ ਕਵੀ ਦਰਬਾਰ ਉੱਥੇ ਸਜੇ, ਉੱਥੇ ਬਹੁਤ ਸੋਹਣੇ ਸੋਹਣੇ ਕਵੀ ਜਿਨ੍ਹਾਂ ਨੇ ਅਧਿਆਤਮ ਦੇ ਨਾਲ ਸੰਗਤਾਂ ਨੂੰ ਜੋੜਿਆ, ਭਾਈ ਨੰਦ ਲਾਲ ਜੀ ਵਰਗੇ, ਤੇ ਇਹਨਾਂ ਵਰਗੇ ਕਵੀਆਂ ਨੇ ਨਿਹਾਲ ਕੀਤਾ। ਬੜਾ ਪਿਆਰ ਉਹਨਾਂ ਨੇ ਮੈਨੂੰ ਬਖਸ਼ਿਆ। ਉਸ ਤੋਂ ਬਾਅਦ ਆਪਾਂ ਕਹਿੰਦੇ ਜਾਨਵਰ ਹੈ, ਆਪਾਂ ਕਹਿੰਦੇ ਆ ਜਿਵੇਂ ਪ੍ਰਸਾਦੀ ਹਾਥੀ, ਉਹਨੇ ਆਪਣੀ ਸੁੰਡ ਦੇ ਵਿੱਚ ਜਦੋਂ ਆਪਾਂ ਡਰਦੇ ਹਾਂ ਚੌਰ ਫੜ ਕੇ ਇਦਾਂ ਮੇਰੇ ਸਿਰ ਤੇ ਕੀਤਾ। ਬਹੁਤ ਮੈਨੂੰ ਪਿਆਰ ਦਿੱਤਾ। ਜਿਹਨੂੰ ਆਪਾਂ ਕਹਿੰਦੇ ਪੰਛੀ ਆ, ਬਾਜ, ਤੇ ਉਹਨੇ ਮੇਰਾ ਬੜਾ ਸਾਥ ਦਿੱਤਾ। ਇਹਨੂੰ ਕਹਿੰਦੇ ਘੋੜਾ ਹੈ ਨੀਲਾ, ਤੇ ਉਹ ਮੇਰੇ ਦਿਲ ਦਾ ਟੁਕੜਾ ਸੀ, ਭਾਵ ਕਿ ਉਹਨੇ ਮੇਰਾ ਸਾਥ ਇੰਨਾ ਦਿੱਤਾ ਜੰਗਾਂ ਦੇ ਵਿੱਚ, ਜਿਹਨੂੰ ਹਰੀ ਚੰਦ ਹਡੂਰਾ ਕਹਿੰਦਾ ਸੀ ਪਹਿਲਾਂ ਗੁਰੂ ਦੇ ਘੋੜੇ ਤੇ ਤੀਰ ਮਾਰਨਾ ਇਹ ਇੰਨਾ ਤੇਜ਼ ਆ, ਇਹ ਤਾਂ ਪਹਾੜਾਂ ਦੀਆਂ ਕੰਧਰਾਂ ਨੂੰ ਚੀਰ ਕੇ ਨਾ ਲੈ ਜਾਵੇ ਗੁਰੂ ਗੋਬਿੰਦ ਨੂੰ। ਤਾਂ ਐਸੇ ਜਾਨਵਰਾਂ ਨਾਲ ਪਿਆਰ ਮੇਰਾ ਰਿਹਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੇ ਗੁਰ ਚੇਲਾ ਵਾਲੀ ਰੀਤ ਵੀ
ਮੇਰੀ ਜ਼ਿੰਦਗੀ ਵਿੱਚ ਦੇਖਣ ਨੂੰ ਮਿਲੀ। ਲੋਕਾਂ ਨੇ ਮੈਨੂੰ ਗੁਰੂ ਦਾ ਰੁਤਬਾ ਦਿੱਤਾ, ਭਾਵੇਂ ਮੈਂ ਉਹਨਾਂ ਨੂੰ ਕਿਹਾ ਮੈਂ ਉਹਦਾ ਦਾਸ ਹਾਂ ਰੱਬ ਦਾ। ਜੋ ਹਮ ਕੋ ਪਰਮੇਸ਼ਰ ਉਚਰੇ ਸੋ ਸਭ ਨਰਕ ਕੁੰਟ ਮੈਂ ਪਰਹੇ। ਤੇ ਮੈਨੂੰ ਚੇਲਾ ਬਣਨ ਦਾ ਵੀ ਸੁਭਾਗ ਪ੍ਰਾਪਤ ਹੋਇਆ। ਪੰਜਾਂ ਪਿਆਰਿਆਂ ਦੇ ਅੱਗੇ ਇੱਦਾਂ ਫਿਰ ਹੱਥ ਅੱਡ ਕੇ ਅੰਮ੍ਰਿਤ ਮੰਗਣਾ ਇੱਕ ਚੇਲਾ ਬਣਨ ਵਾਂਗ ਹੀ ਸੀ। ਮਹਾਰਾਜ ਕਹਿੰਦੇ ਮੈਨੂੰ ਲੋਕਾਂ ਨੇ ਗੁਰੂ ਵੀ ਮੰਨਿਆ ਤੇ ਮੈਂ ਚੇਲਾ ਵੀ ਬਣਿਆ ਹਾਂ। ਫਿਰ ਕਹਿੰਦੇ ਅੱਧੀ ਰਾਤ ਨੂੰ ਤੇਰੇ ਪਿਤਾ, ਬਹਾਦਰ ਸ਼ਾਹ ਨੂੰ ਕਹਿੰਦੇ ਨੇ, ਤੇਰੇ ਪਿਤਾ ਦੀ ਝੂਠੀ ਕਸਮ ਤੇ ਮੈਂ ਇਤਬਾਰ ਕੀਤਾ। ਅੱਧੀ ਰਾਤ ਨੂੰ ਮੈਂ ਮੇਰੇ ਪਿਤਾ ਜੀ ਦਾ ਵਸਾਇਆ ਹੋਇਆ ਆਨੰਦਪੁਰ ਛੱਡਿਆ, ਜਿਹਦੇ ਵਿੱਚ ਮੇਰੇ ਨਾਲ ਗਿਣਤੀ ਦੇ ਸਿੱਖ ਸੀ, ਜਿਹਦੇ ਵਿੱਚ ਕੁਝ ਸਿੱਖ ਮੈਨੂੰ ਇੱਦਾਂ ਸਿਗਨੇਚਰ ਕਰਕੇ ਦੇ ਗਏ ਕਿ ਅਸੀਂ ਤੁਹਾਡੇ ਸਿੰਘ ਨਹੀਂ, ਤੁਸੀਂ ਸਾਡੇ ਗੁਰੂ ਨਹੀਂ। ਉਹ ਵਿਦਾਵਾ ਮੈਂ ਖੀਸੇ 'ਚ ਪਾ ਕੇ ਰੱਖਿਆ। ਤੂੰ ਪੁੱਛਦਾ ਹੈ ਆਪ ਕੀ ਕੈਸੀ ਬੀਤੀ, ਅਦਾ ਨੇ ਤੁਝਕੋ ਕਭੀ ਸੰਭਲਨੇ ਨਾ ਦਿਆ ਥਾ। ਅੱਲਾ ਯਾਰ ਖਾਂ ਜੋਗੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਦਿਨ ਵੀ ਚੈਨ ਨਹੀਂ ਆਉਣ ਦਿੱਤਾ ਇਹਨਾਂ ਵੈਰੀਆਂ ਨੇ, ਕਿਉਂਕਿ ਉਹ ਸੱਚ ਦੇ ਪੁਜਾਰੀ ਸੀ। ਸੱਚ ਜਿਹੜਾ ਹੁੰਦਾ ਸਤਾਧਾਰੀ ਲੋਕ ਉਹਨੂੰ ਪ੍ਰਵਾਨ ਨਹੀਂ ਕਰਦੇ। ਮਹਾਰਾਜ ਫਿਰ ਬਹਾਦਰ ਸ਼ਾਹ ਨੂੰ ਕਹਿੰਦੇ ਤੇਰੇ ਪਿਤਾ ਦੀਆਂ ਕਸਮਾਂ ਤੇ ਮੈਂ ਇਤਬਾਰ ਕੀਤਾ, ਤੁਹਾਡੀ ਮੁਕੱਦਸ ਇਹ ਕਿਤਾਬ ਕੁਰਾਨ ਦੀ ਕਸਮ ਉਹਨੇ ਖਾਧੀ, ਹਿੰਦੂਆਂ ਨੇ ਆਪਣੀ ਗੀਤਾ ਦੀ ਕਸਮ ਖਾਧੀ, ਗਊ ਦੀ ਕਸਮ ਖਾਧੀ, ਗਾਂ ਦੀ, ਤੇ ਮੈਂ ਉਹਦੇ ਤੇ ਇਤਬਾਰ ਕਰਕੇ ਅੱਧੀ ਰਾਤ ਨੂੰ ਆਨੰਦਪੁਰ ਛੱਡਿਆ। ਤੂੰ ਪੁੱਛਦਾ ਹੈ ਆਪ ਕੀ ਕੈਸੀ ਬੀਤੀ, ਤਾਂ ਤੁਸੀਂ ਫਿਰ ਸੁਣੋ ਕੈਸੀ ਰਹੀ ਮੇਰੀ ਉਮਰ, 42 ਸਾਲ ਕਿੱਦਾਂ ਰਹੇ। ਉਸ ਤੋਂ ਬਾਅਦ ਕਹਿੰਦੇ ਸਾਡੇ ਪਰਿਵਾਰ ਦਾ ਵਿਛੋੜਾ ਪਿਆ। ਮੇਰੇ 2 ਲਾਲ ਮਾਤਾ ਗੁਜਰ ਕੌਰ ਜੀ ਦੇ ਨਾਲ ਗਏ, ਬਾਕੀ ਭਾਈ ਮਣੀ ਸਿੰਘ ਜੀ ਦੇ ਨਾਲ ਮੇਰੇ ਮਹਿਲ ਗਏ, ਤੇ ਮੇਰੇ ਨਾਲ ਮੇਰੇ 2 ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਮੇਰੀਆਂ ਅੱਖਾਂ ਸਾਹਮਣੇ ਫਨਾ ਹੋਏ ਨੇ, ਤੇ ਮੈਂ ਉਹਨਾਂ ਨੂੰ ਦੇਖ ਕੇ ਜਕਾਰੇ ਛੱਡੇ ਨੇ। ਫਿਰ ਮਾਛੀਵਾੜੇ ਦੇ ਜੰਗਲ ਵਿੱਚ ਮੈਂ ਗਿਆ। ਫਿਰ ਸਰਹੰਦ ਦੀਆਂ ਦੀਵਾਰਾਂ ਵਿੱਚ ਮੇਰੇ 2 ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਇੱਦਾਂ ਸ਼ਹੀਦ ਕੀਤਾ ਗਿਆ, ਜਬਰ ਕਮਾਇਆ ਗਿਆ। ਤੂੰ ਪੁੱਛਦਾ ਹੈ ਮੇਰੇ ਨਾਲ ਕੈਸੀ ਬੀਤੀ, ਤਾਂ ਸੁਣੋ ਫਿਰ ਇੱਕ ਕਵੀ ਕਹਿੰਦਾ ਮਹਾਰਾਜ ਨੇ ਬੜਾ ਸੋਹਣਾ ਜਵਾਬ ਦਿੱਤਾ। ਕਹਿੰਦੇ ਮੈਂ ਬੁਲੰਦੀ ਸੇ ਗੁਜਰਾ ਪਸਤੀ ਸੇ ਗੁਜਰਾ। ਬੁਲੰਦੀ ਕਹਿੰਦੇ ਨੇ ਮੈਂ ਬੜੇ ਸੁੱਖ ਦੇਖੇ ਨੇ, ਭਾਵ ਜਿਹਦੇ ਸਿਰ ਉੱਪਰ ਪ੍ਰਸਾਦੀ ਹਾਥੀ, ਜਿਹਦੇ ਵਰਗਾ ਕੋਈ ਹਾਥੀ ਨਹੀਂ ਹੈ ਦੁਨੀਆ 'ਚ, ਐਸਾ ਜਾਨਵਰ, ਨੀਲਾ ਘੋੜਾ, ਇੰਨਾ ਸੋਹਣਾ ਬਾਜ, ਹੀਰਿਆਂ ਨਾਲ ਜੜਤ ਕਲਗੀ, ਰਣਜੀਤ ਨਗਾਰਾ ਵੱਜੇ, 52 ਕਵੀ ਹੋਣ, ਮੈਂ ਬੁਲੰਦੀ ਸੇ ਗੁਜਰਾ। ਬਹੁਤ ਵਾਹਿਗੁਰੂ ਨੇ ਮੈਨੂੰ ਬੁਲੰਦੀਆਂ ਤੇ ਲੈ ਕੇ ਆਂਦਾ, ਪਰ ਮੈਂ ਪਸਤੀ ਸੇ ਗੁਜਰਾ। ਪਸਤੀ ਕਹਿੰਦੇ ਨੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼। ਜਦੋਂ ਬੰਦੇ ਕੋਲ ਕੱਖ ਵੀ ਨਹੀਂ ਰਹਿੰਦਾ, ਕੁਝ ਵੀ ਨਹੀਂ ਬਚਦਾ, ਉਹਨੂੰ ਪਸਤੀ ਕਹਿੰਦੇ ਨੇ। ਮੈਂ ਬੁਲੰਦੀ ਸੇ ਗੁਜਰਾ, ਮੈਂ ਬੜੀਆਂ ਬੁਲੰਦੀਆਂ 'ਚੋਂ ਗੁਜ਼ਰਿਆ। ਰਣਜੀਤ ਨਗਾਰੇ ਵੱਜਦੇ ਸੀ, ਨਰਸਿੰਘੇ ਵੱਜਦੇ ਸੀ, 52 ਕਵੀ ਹੁੰਦੇ ਸੀ, ਤੇ ਅਟੁੱਟ ਲੰਗਰ ਚੱਲਦਾ ਸੀ। ਬੜੀਆਂ ਬੁਲੰਦੀਆਂ 'ਚੋਂ ਗੁਜ਼ਰਿਆ ਹਾਂ, ਪਰ ਮੈਂ ਪਸਤੀ ਸੇ ਗੁਜਰਾ, ਜਹਾਂ ਸੇ ਵੀ ਗੁਜਰਾ, ਬੜੀ ਮਸਤੀ ਸੇ ਗੁਜਰਾ। ਜੇ ਮੈਂ ਬੁਲੰਦੀਆਂ ਵਿੱਚੋਂ ਗੁਜ਼ਰਿਆ ਤਾਂ ਮਸਤੀ ਵਿੱਚ ਹੀ ਸੀ, ਭਾਵ ਮੈਂ ਕਹਿੰਦਾ ਸੀ ਖੇਡ ਆ ਇਹ ਜ਼ਿੰਦਗੀ। ਜੇ ਮੈਂ ਪਸਤੀ ਤੋਂ ਗੁਜ਼ਰਿਆ, ਦੁੱਖਾਂ 'ਚੋਂ ਵੀ ਲੰਘਿਆ ਨਾ, ਤੇ ਮੈਂ ਚਿਹਰੇ ਤੇ ਬਹਾਦਰ ਸ਼ਾਹ ਉਦਾਸੀ ਨਹੀਂ ਲਿਆਂਦੀ, ਜਹਾਂ ਸੇ ਵੀ ਗੁਜਰਾ ਤੇ ਮਸਤੀ ਸੇ ਗੁਜਰਾ। ਬਹਾਦਰ ਸ਼ਾਹ ਨੂੰ ਮਹਾਰਾਜ ਨੇ ਇੱਦਾਂ ਆਖਿਆ ਸੀ। ਆਪ ਕੀ ਕੈਸੀ ਬੀਤੀ, ਗੁਰੂ ਗੋਬਿੰਦ ਸਿੰਘ ਜੀ 42 ਸਾਲ ਪਟਨੇ ਤੋਂ ਲੈ ਕੇ ਇਹ ਨੰਦੇੜ ਤੱਕ ਦਾ ਸਫ਼ਰ, 42 ਸਾਲ ਗੰਗਾ ਦੇ ਕਿਨਾਰੇ ਤੋਂ ਲੈ ਕੇ ਗੋਦਾਵਰੀ ਦੇ ਕਿਨਾਰੇ ਵਿੱਚ ਜੋ ਹੋਇਆ ਚੰਗਾ ਬੜਾ ਹੋਇਆ ਤੇ ਮਾੜਾ ਤਾਂ ਪੁੱਛੋ ਹੀ ਨਾ। ਜਿਹਨੂੰ ਆਪਾਂ ਨੂੰ ਲੱਗਦਾ ਦੁੱਖਾਂ ਦਾ ਪਹਾੜ ਹੀ ਸੀ। ਦੁੱਖ ਨਹੀਂ ਸੀ, ਇੱਕ ਦੁੱਖ ਥੋੜੀ ਸੀ, ਦੁੱਖਾਂ ਦਾ ਪਹਾੜ ਸੀ। ਪਰ ਜਿੱਧਰ ਸੇ ਵੀ ਗੁਜਰਾ ਮਸਤੀ ਸੇ ਗੁਜਰਾ। ਭਾਵ ਮੈਂ ਚਿਹਰੇ ਤੇ ਸ਼ਿਕਨ ਨਹੀਂ ਲੈ ਕੇ ਆਂਦੀ, ਅੱਖਾਂ ਸਾਹਮਣੇ ਪੁੱਤਾਂ ਦਾ ਕਤਲ ਹੁੰਦਾ ਦੇਖਣਾ। ਤੇ ਵਿਦਵਾਨ ਕਹਿੰਦੇ ਨੇ ਇਦੋਂ ਵੱਡੀ ਘਟਨਾ ਕੋਈ ਹੋ ਨਹੀਂ ਸਕਦੀ ਬੰਦੇ ਵਾਸਤੇ ਦੁੱਖ ਵਾਲੀ,
ਪਰ ਮਹਾਰਾਜ ਦੇ ਚਿਹਰੇ ਤੇ ਉਦਾਂ ਹੀ ਜਲਾਲ ਆ। ਬਹਾਦਰ ਸ਼ਾਹ ਦੇਖ ਰਿਹਾ ਹੈ, ਸਤਿਗੁਰੂ ਜੀ ਸੁਣਾ ਰਹੇ ਨੇ। ਤਾਂ ਭਾਈ ਵੀਰ ਸਿੰਘ ਜੀ ਆਪਣੇ ਮਹਾਕਾਵ ਦੇ ਵਿੱਚ ਲਿਖਦੇ ਨੇ, ਰਾਣਾ ਸੂਰਤ ਸਿੰਘ ਦੇ ਵਿੱਚ ਕਹਿੰਦੇ ਨੇ, ਸਿੱਖ ਹੈ ਬਲਵਾਨ ਕਰਨਾ ਸੁਰਤ ਨੂੰ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ। ਭਾਈ ਵੀਰ ਸਿੰਘ ਜੀ ਕਹਿੰਦੇ ਸਿੱਖੀ ਕੀ ਆ? ਸਿੱਖੀ ਆਪਣੀ ਸੁਰਤ ਨੂੰ ਬਲਵਾਨ ਕਰਨਾ ਹੈ। ਇਹ ਨਹੀਂ ਕਿ ਸਿਮਰਨ ਕਰੋ ਸੁੱਖ ਮਿਲੇਗਾ, ਸਿਮਰਨ ਕਰੋ ਕੱਲੀ ਇਹੀ ਅਵਸਥਾ ਨਹੀਂ, ਪੁੱਤਰ ਦੀ ਦਾਤ ਮਿਲੇਗੀ, ਇੰਨੇ ਪਾਠ ਕਰ ਲਓ ਆਹ ਮਿਲ ਜੇਗਾ। ਸਿਮਰਨ ਬਾਣੀ ਤਾਂ ਹੈ, ਆਪਣੀ ਸੁਰਤ ਨੂੰ ਇੰਨਾ ਬਲਵਾਨ ਕਰੋ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਭਾਵ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਜਰ ਲੈਣਾ, ਅਜਰ ਜਰਨਾ, ਇਹ ਸਿੱਖੀ ਆ। ਤਾਂ ਇਹ ਸਭ ਕਿਉਂ ਹੋ ਜਾਂਦਾ ਹੈ? ਆਵਣ ਜਾਣ ਇੱਕ ਖੇਲ ਬਣਾਇਆ, ਆਵਣ ਜਾਣ ਇੱਕ ਖੇਲ ਬਣਾਇਆ। ਜਿਹੜਾ ਵੀ ਇਸ ਗੱਲ ਨੂੰ ਪੱਲੇ ਬੰਨ੍ਹਦਾ ਹੈ ਕਿ ਜ਼ਿੰਦਗੀ ਇੱਕ ਖੇਡ ਆ, ਕਿਸੇ ਦਾ ਆਉਣਾ ਖੇਡ ਆ, ਕਿਸੇ ਦਾ ਜਾਣਾ ਵੀ ਖੇਡ ਆ, ਉਹ ਰੋਂਦਾ ਨਹੀਂ ਆ। ਜਿਨ੍ਹਾਂ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਜਿਨ੍ਹਾਂ ਨੇ ਹੁਕਮ ਨੂੰ ਪਛਾਣ ਲਿਆ ਉਹ ਕਦੇ ਰੋਂਦੇ ਨਹੀਂ ਹੁੰਦੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਕਹੇ ਕਹੇ ਕਹਿ ਜਾਵੇ ਤੁਮ ਸਰ ਅਵਰ ਨਾ ਕੋਈ। ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਦੁਨੀਆ ਤੇ ਬਹੁਤ ਲੋਕ ਆਉਂਦੇ ਨੇ, ਬਹੁਤ ਲੋਕ ਜਾਂਦੇ ਨੇ, ਪਰ ਜਿਹੜੇ ਜ਼ਿੰਦਗੀ ਨੂੰ ਖੇਡ ਮੰਨ ਕੇ ਜਿਉਂਦੇ ਨੇ ਉਹਨਾਂ ਦਾ ਆਉਣਾ ਹੀ ਸਫਲ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਦੁਨੀਆ ਤੇ ਇੱਕ ਨਾਮ ਸਦਾ ਰਹੇਗਾ, ਇੱਕ ਰੱਬ ਦੇ ਪਿਆਰੇ ਸਦਾ ਰਹਿਣਗੇ, ਇੱਕ ਕਲਗੀਧਰ ਪਾਤਸ਼ਾਹ ਜੀ ਵਰਗੇ ਰਹਿਓ ਗੁਰੂ ਗੋਬਿੰਦ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਦਾ ਰਹਿਣਗੇ ਤੇ ਬਾਕੀ ਦੁਨੀਆ ਸਾਰੀ ਫਨਾ ਹੋ ਜਾਵੇਗੀ, ਖਤਮ ਹੋਣ ਵਾਲੀ ਆ। ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਨੀ। ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਬਹਾਦਰ ਸ਼ਾਹ ਪੁੱਛਦਾ ਹੈ, ਆਪ ਕੀ ਕੈਸੀ ਬੀਤੀ। ਮੈਂ ਬੁਲੰਦੀ ਸੇ ਗੁਜਰਾ ਪਸਤੀ ਸੇ ਵੀ ਗੁਜਰਾ, ਜਹਾਂ ਸੇ ਵੀ ਗੁਜਰਾ ਬੜੀ ਮਸਤੀ ਸੇ ਗੁਜਰਾ। ਭਾਵ ਜੋ ਵੀ ਮੇਰੀ ਜ਼ਿੰਦਗੀ 'ਚ ਹੋਇਆ ਮੈਂ ਉਹਨੂੰ ਖੇਡ ਮੰਨ ਕੇ ਜਿਉਂਦਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਆਖਿਆ ਸੀ। ਤਾਂ ਪਿਆਰਿਓ, ਸਿੱਖੀ ਦਾ ਅਰਥ ਕੀ ਆ? ਸਿੱਖੀ ਦਾ ਸਿਮਰਨ ਦਾ ਅਰਥ ਕੀ ਆ? ਤੁਹਾਨੂੰ ਉਹ ਅਚਲ ਟਿਕਾਣਾ ਮਿਲ ਜਾਣਾ, ਉਹ ਅਚਲ ਅਵਸਥਾ ਮਿਲ ਜਾਣੀ। ਇੱਦਾਂ ਵੱਧ ਸਮਝ ਜਾਵੋਗੇ, ਐਰਣ ਹੁੰਦੀ ਆ, ਐਰਣ, ਤੇ ਉਹਦੇ ਵਿੱਚ ਹਥੌੜੇ ਮਾਰੋ, ਬਹੁਤ ਹਥੌੜੇ, ਬਹੁਤ ਹਥੌੜੇ, ਤੇ ਉਹ ਘਣ ਮਾਰੋ, ਉਹ ਹਿਲਦਾ ਨਹੀਂ ਹੈਗਾ। ਬੰਦੇ ਤੇ ਦੁੱਖ ਬਹੁਤ ਆਉਂਦੇ ਨੇ, ਮਾਇਆ ਡੋਲਣੀ ਕਬੀਰ, ਪਵਨ ਝਕੋਲਣ ਹਾਰ, ਸੰਤੋ ਮਾਖਣ ਖਾਇਆ, ਛਾਛ ਪੀਏ ਸੰਸਾਰ। ਸਾਧੂ ਸੰਤ ਤਾਂ ਡਟੇ ਰਹਿੰਦੇ ਨੇ, ਡੋਲਦੇ ਨਹੀਂ। ਆਪਾਂ ਹਜੇ ਤੀਲਾ ਵੀ ਕੋਈ ਮਾਰ ਦੇਵੇ ਡੋਲ ਜਾਂਦੇ ਹਾਂ। ਕਿਉਂ ਡੋਲਦੇ ਹਾਂ? ਉਹਦੇ ਲਈ ਸਿਮਰਨ ਹੈ, ਅਵਸਥਾ ਬਣਾਉਣੀ ਪੈਂਦੀ ਹੈ। ਇਸ ਕਰਕੇ ਸਿੱਖੀ ਦੇ ਵਿੱਚ ਇਹ ਨਹੀਂ ਕਿ ਕੋਈ ਕਿੰਨਾ ਨਿਆਣਾ ਹੈ ਉਹਨੇ ਏਡੀ ਵੱਡੀ ਸ਼ਹਾਦਤ ਪਾਲੀ। ਸਿੱਖੀ ਦੇ ਵਿੱਚ ਇਹੀ ਆ ਕਿ ਅਵਸਥਾ ਵੇਖਦੇ ਨੇ ਮਹਾਰਾਜ। ਪਹਿਲਾਂ ਬਾਬਾ ਬੁੱਢਾ ਜੀ ਜਿਵੇਂ ਹੋਏ, ਗੁਰੂ ਨਾਨਕ ਸਾਹਿਬ ਜੀ ਨੂੰ ਦੁੱਧ ਪਿਆਇਆ ਸੀ ਉਹਨਾਂ ਨੇ, ਤੇ ਸਤਿਗੁਰੂ ਜੀ ਨੇ ਆਖਿਆ ਸੀ, ਤੂੰ ਬੂੜਾ ਤੇਰਾ ਨਾਮ ਆ ਨਾ, ਪਰ ਤੈਨੂੰ ਅਸੀਂ ਬਾਬਾ ਬੁੱਢਾ ਜੀ ਆਖਾਂਗੇ ਕਿਉਂਕਿ ਤੇਰੀਆਂ ਗੱਲਾਂ ਬਜ਼ੁਰਗਾਂ ਵਾਲੀਆਂ ਨੇ। ਜੇ ਆਪਾਂ ਉਮਰ ਦੀਆਂ ਵੀ ਗੱਲਾਂ ਕਰੀਏ, ਛੋਟੀ ਉਮਰ ਵਿੱਚ ਕੀ ਕੀ ਸਿੱਖੀ ਵਿੱਚ ਹੋਇਆ। ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਬਾਬਾ ਅਟਲ ਰਾਏ ਜੀ ਨੂੰ, ਜਿਨ੍ਹਾਂ ਨੇ ਸਤਿਗੁਰਾਂ ਜੀ ਦੇ ਬਚਨ ਤੇ ਪਹਿਰਾ ਦੇ ਕੇ, ਤੇ ਉਹਨਾਂ ਦਾ ਸਭ ਤੋਂ ਉੱਚਾ ਸਥਾਨ ਆ ਅੰਮ੍ਰਿਤਸਰ ਦੇ ਵਿੱਚ, ਤੇ ਮਹਾਰਾਜ ਨੇ ਆਖਿਆ ਸੀ ਸਾਡਾ ਸਥਾਨ ਵੀ ਬਣੂਗਾ ਪਰ ਤੇਰਾ ਸਭ ਤੋਂ ਉੱਚਾ ਹੋਵੇਗਾ। ਬਾਬਾ ਅਟਲ ਪੱਕੀਆਂ ਪਕਾਈਆਂ ਕੱਲ। ਇਹਨਾਂ ਦੀ ਉਮਰ ਬੜੀ ਛੋਟੀ ਸੀ। ਉਸ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਜੀ ਨੇ, ਜਿਨ੍ਹਾਂ ਨੇ ਆ ਕੇ ਦਿੱਲੀ ਵਿੱਚ ਰੋਗੀਆਂ ਦਾ ਦੁੱਖ ਦੂਰ ਕੀਤਾ, ਪੀੜਾ ਦੂਰ ਕੀਤੀ। ਉਮਰ ਬੜੀ ਨਿਆਣੀ ਆ, ਭਾਵੇਂ ਛੋਟੀ ਉਮਰ ਵਿੱਚ ਹੀ ਗੂੰਗੇ ਤੋਂ ਗੀਤਾ ਦੇ ਅਰਥ ਕਰਵਾਏ। ਛੱਜੂ ਝੀਵਰ ਸੀ, ਉਹ ਤੋਂ ਕਰਾਏ ਸੀ, ਤੇ ਪੰਜੋਖਰੇ ਦੇ ਵਿੱਚ ਉਹ ਸਥਾਨ ਵੀ ਬਣਿਆ ਹੋਇਆ। ਉਸ ਤੋਂ ਬਾਅਦ ਸਾਹਿਬਜ਼ਾਦੇ ਨੇ,
सतगुर सच्चे पातशाह जी के साहिबजादे ते बड़ियां कीमती जिंदा जिन्हां ने वो दिखाया करके कि वड्डी उम्र च नहीं लोग कर पाउंदे। 80 साल दे नहीं बंदे कर पाउणगे, असीं 7 साल 9 साल ये सारियां उम्रां विच ही असीं करके दिखा दिता। कारण उहदा बस संगत ही आ। माता गुजर कौर जी की सिੱਖਿਆ ਨੂੰ ਬੱਚਿਆਂ ने ਸਾਹਿਬਜ਼ਾਦਿਆਂ ने दिल च ਵਸਾਇਆ ਸੀ। हर बंदे दी बोल बाणी ਉਹਦੀ ਦਿਮਾਗੀ तस्वीर ਹੁੰਦੀ है। ਇਹ ਗੱਲ ਨੂੰ ਤੁਸੀਂ ਪੂਰਾ ਧਿਆਨ ਦੇ ਨਾਲ ਸਰਵਣ ਕਰੋ ਪਿਆਰਿਓ। हर बंदे दी ਮੰਨ ਲਓ ਕਿਸੇ ਦੀ बोल बाणी ਆ, ਉਹਦੀ ਦਿਮਾਗੀ तस्वीर ਉਹ ਪੇਸ਼ ਕਰਦੀ ਆ। ਦਿਮਾਗ 'ਚ तस्वीर ਕਿਵੇਂ ਬਣਦੀ ਆ? ਜਿਨ੍ਹਾਂ ਦੇ ਨਾਲ ਅਸੀਂ ਉੱਠਦੇ ਹਾਂ, ਜਿਨ੍ਹਾਂ ਕੋਲ ਅਸੀਂ ਬਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ, ਉਹ ਸਾਡੇ ਦਿਮਾਗ ਦੀ ਤਸਵੀਰ ਹੁੰਦੀ ਆ। ਫਿਰ ਉਹੀ ਅਸੀਂ ਕਰਦੇ ਹਾਂ। ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਫਰਜ਼ੰਦ ਜਿਹੜੇ ਸਨ, ਉਹਨਾਂ ਦੇ ਅੰਦਰ ਮਾਤਾ ਗੁਜਰ ਕੌਰ ਜੀ ਦੀ ਸਿੱਖਿਆ ਸੀ, ਤਾਂ ਉਹ ਇੱਦਾਂ ਕਰ ਗਏ। ਤਾਂ ਅਸੀਂ ਜੇ ਆਪਣੀ ਦਿਮਾਗੀ ਤਸਵੀਰ ਨੂੰ ਸੋਹਣਾ ਬਣਾਉਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਚੰਗੇ ਬੰਦਿਆਂ ਦੇ ਵਿੱਚ ਬੈਠਣਾ ਚਾਹੀਦਾ ਹੈ, ਚੰਗਿਆਂ ਨੂੰ ਸੁਣਨਾ ਚਾਹੀਦਾ ਹੈ, ਚੰਗਿਆਂ ਨੂੰ ਪੜ੍ਹਨਾ ਚਾਹੀਦਾ ਹੈ। ਸਭ ਤੋਂ ਚੰਗਾ ਕੀ ਹੈ? ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਸਭ ਤੋਂ ਚੰਗੀ ਸੰਗਤ ਹੈ। ਪਿਆਰਿਆਂ ਦੀ ਸੰਗਤ ਆ, 35 ਮਹਾਂਪੁਰਸ਼ਾਂ ਦੀ ਸੰਗਤ ਆ। ਇਹਨਾਂ ਨੂੰ ਪੜ੍ਹੀਏ ਭਾਈ, ਇਹਨਾਂ ਦੇ ਲੜ ਲੱਗੀਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਸੀ ਇਹ। ਸੋ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਕੀਤੀ ਹੋਈ ਜੋ ਵਿਚਾਰ ਹੈ ਹਿਰਦਿਆਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਅਸੀਂ ਸੋਹਣਾ ਬਣਾਈਏ। ਸੋ ਕੁਝ ਬੇਨਤੀਆਂ ਹਨ ਆਪ ਜੀ ਦੇ ਚਰਨਾਂ ਵਿੱਚ ਕਿ ਪਰਸੋਂ ਦਿਨ ਤੋਂ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਜੋ ਹਰ ਸਾਲ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਅਖੰਡ ਜਾਪ ਸ੍ਰੀ ਸੁਖਮਨੀ ਸਾਹਿਬ ਜੀ ਦੇ ਹੁੰਦੇ ਨੇ, ਸੋ ਉਹ ਬਾਣੀ ਦੇ ਪ੍ਰਵਾਹ ਹੁਣ ਚੱਲ ਰਹੇ ਨੇ। ਅੱਜ ਉਹਨਾਂ ਦੇ ਭੋਗ ਪਾਏ ਜਾਣਗੇ ਤੇ ਸਾਰੀ ਸਮਾਪਤੀ 11:15 ਵਜੇ ਹੋ ਜਾਵੇਗੀ। ਪਹਿਲਾਂ ਭੋਗ ਪਾਏ ਜਾਣਗੇ, ਉਸ ਤੋਂ ਬਾਅਦ ਕੀਰਤਨ ਹੋਵੇਗਾ, ਉਪਰੰਤ ਗੁਰ ਇਤਿਹਾਸ ਦੀ ਕਥਾ ਹੋਵੇਗੀ ਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸੋ ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਹੈ ਕਿ ਇਹ ਸ਼ਹੀਦਾਂ ਦੀ ਯਾਦ ਵਿੱਚ ਜੋ ਸਮਾਗਮ ਹੋ ਰਹੇ ਨੇ, ਜਥਾ ਸ਼ਕਤ ਮਾਇਆ ਦੀ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਘਰ ਵਿੱਚ ਪਹੁੰਚ ਕੇ ਕਥਾ ਕੀਰਤਨ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਤੇ ਆ ਕੇ ਜੋ ਪ੍ਰਸ਼ਾਦਾ ਬਣਨਾ ਹੈ ਉਹ ਸਾਧ ਸੰਗਤ ਲਈ ਆ ਤੇ ਉਹ ਵੀ ਆ ਕੇ ਛਕਣ ਦੀ ਕਿਰਪਾਲਤਾ ਕਰਨੀ। ਮਾਈਆਂ ਬੀਬੀਆਂ ਨੂੰ, ਭੈਣਾਂ ਨੂੰ ਬੇਨਤੀ ਆ ਕਿ ਪ੍ਰਸ਼ਾਦਾ ਤਿਆਰ ਕਰਨਾ ਹੈ। 11:15 ਵਜੇ ਸਾਰੀ ਸਮਾਪਤੀ ਆ, ਤਾਂ ਉਸ ਤੋਂ ਪਹਿਲਾਂ ਹੀ ਤਿਆਰ ਹੋਣਾ ਪ੍ਰਸ਼ਾਦਾ। ਤਾਂ ਇਹ ਆਪੋ ਆਪਣਾ ਫਰਜ਼ ਸਮਝ ਕੇ ਗੁਰਦੁਆਰਾ ਗੰਗਾ ਸਾਗਰ ਸਾਹਿਬ ਵਿੱਚ ਪਹੁੰਚੋ। ਇਹਨਾਂ ਸ਼ਹੀਦਾਂ ਦੀ ਆਪਾਂ ਯਾਦ ਵਿੱਚ ਚੌਂਕੜੇ ਮਾਰੀਏ, ਸੇਵਾ ਕਰੀਏ, ਸਿਮਰਨ ਕਰੀਏ। ਇਤਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ ਜੀ। ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਜਾਂਦੀਆਂ ਹਨ। ਆਓ ਰਲ ਕੇ ਵਾਹਿਗੁਰੂ ਕਹੀਏ ਤੇ ਬਾਅਦ ਵਿੱਚ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹੇ। ਦੇਹੋ ਸੱਜਣ ਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਪਹਿਰ